बिक्रम मजीठिया ਨੂੰ ਲੈ ਕੇ ਮਾਮਲਾ ਉਹਨਾਂ ਦਾ ਲਗਾਤਾਰ ਗਰਮਾਉਂਦਾ ਜਾ ਰਿਹਾ। ਫਿਲਹਾਲ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਇੱਕ ਸਵਾਲ ਪੁੱਛਿਆ ਕਿ ਸੁਖਪਾਲ ਖਹਿਰਾ ਲਈ ਵੱਖ-ਵੱਖ ਕਾਨੂੰਨ ਕਿਉਂ ਨੇ ਅਤੇ ਮੇਰੇ ਲਈ ਵੱਖ-ਵੱਖ ਕਿਉਂ ਨੇ। ਜਿਹੜੇ ਉਹਨਾਂ ਨੇ ਅੱਜ ਸਵਾਲ ਪੁੱਛੇ ਨੇ ਇਹਦਾ ਜਵਾਬ ਹੈ ਨਾ ਜਿਹੜਾ ਉਹ ਸਰਕਾਰ ਦੇ ਦੇਣਾ ਚਾਹੀਦਾ। ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਜਿਹੜਾ ਸਿਮਰਨਜੀਤ ਸਿੰਘ ਬੈਂਸ ਹੈ ਜੀ ਉਹਦੇ ਤੇ ਵੀ ਇੱਕ ਗੰਭੀਰ ਧਾਰਾ ਵਾਲਾ ਕੇਸ ਦਰਜ ਹੈ, ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ। ਇਹ ਮੇਰੀ ਗ੍ਰਿਫਤਾਰੀ ਦੇ ਪਿੱਛੇ ਕਿਉਂ ਪਏ ਵੀ ਹੋ। 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗਾ, ਨਸ਼ੇ ਦੇ ਸੌਦਾਗਰਾਂ ਨੂੰ ਅੰਦਰ ਕਰ ਦਿਆਂਗਾ। ਉਦੋਂ ਜਾਰੀ ਸੀ, ਨਹੀਂ ਕੀਤਾ। ਜਿਹੜੇ ਸਵਾਲ ਬਾਖੂਬੀ ਨਾਲ ਪੱਤਰਕਾਰ ਸੰਮੇਲਨ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਰੱਖੇ ਨੇ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਸਰਕਾਰ ਵਾਲੇ ਪਾਸੇ ਤੋਂ ਮਿਲਣਾ ਚਾਹੀਦਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮਾਮਲਾ ਗਰਮਾਉਂਦਾ ਜਾ ਰਿਹਾ। ਹੁਣ ਤਾਂ ਵਿਦੇਸ਼ਾਂ ਦੇ ਵਿੱਚ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕੀਤੀ ਜਾਵੇ ਅਤੇ ਨਾਲ ਜਿਹੜੇ ਹੋਰ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਆਸਟ੍ਰੇਲੀਆ ਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਨੇ ਇਹ ਗੱਲ ਜਿਹੜੀ ਕਿ ਮੁੱਦਾ ਉਠਾਇਆ। ਇਸ ਮਾਮਲੇ ਨੂੰ ਸਿੱਖ ਜਥੇਬੰਦੀਆਂ ਪ੍ਰਮੁੱਖਤਾ ਦੇ ਨਾਲ ਵੱਡੇ ਪੱਧਰ ਤੇ ਲੈ ਗਈਆਂ ਜੀ। ਤਾਂ ਜਿਹੜੇ ਕਹਿੰਦੇ ਆ ਸਾਡੀ ਸਰਕਾਰ ਤਾਂ ਬਣੀ ਤੇ ਫਿਰ ਦਿਸ਼ਾ ਦੂਜੀ ਵੀ ਹੋ ਜਾਏਗੀ। ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਗਈ ਉਹ ਇਸ ਕਰਕੇ ਕੀਤੀ ਹੈ ਜੀ, ਪਿਛਲੇ ਦਿਨੀ ਉਹਨਾਂ ਦੇ ਪਿਤਾ ਜੀ ਦਾ ਸੁਰਗਵਾਸ ਹੋ ਗਏ ਨੇ। ਉਹ ਇਹ ਦਰਖਾਸਤ ਦਿੱਤੀ ਆ ਉਹਨਾਂ ਨੇ ਕਿ ਮੈਨੂੰ ਆਗਿਆ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ ਹੱਥੀਂ ਜੀ ਉਹਨਾਂ ਦਾ ਸੰਸਕਾਰ ਕਰ ਸਕਾਂ। ਅਦਾਲਤ ਫੈਸਲਾ ਕਰੂਗੀ ਕਿਉਂਕਿ ਅਦਾਲਤ ਨੇ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਨੂੰ ਨੋਟਿਸ ਭੇਜਤਾ ਹੋਣਾ ਕਿ ਤੁਸੀਂ ਜਵਾਬ ਦਿਓ ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ। ਜੇ ਇਤਰਾਜ਼ ਜਤਾਉਂਦੇ ਨੇ ਮਰਨਗੇ ਇਸ ਵੇਲੇ। ਸਤਿ ਸ਼੍ਰੀ ਅਕਾਲ, ਮੈਂ ਰੀਨਤੀ ਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੇ ਅੱਜ ਗੱਲਬਾਤ ਕਰਾਂਗੇ ਕੁਝ ਖਾਸ ਵਿਸ਼ਿਆਂ ਨੂੰ ਲੈ ਕੇ। ਬਿਕਰਮ ਮਜੀਠੀਆ ਦੇ ਵੱਲੋਂ ਸਵਾਲ ਕੀਤਾ ਗਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿ ਆਖਿਰਕਾਰ ਮੇਰੇ ਮਾਮਲੇ ਦੇ ਵਿੱਚ ਅਤੇ ਸੁਖਪਾਲ ਖਹਿਰਾ ਲਈ ਵੱਖ-ਵੱਖ ਕਾਨੂੰਨ ਕਿਉਂ ਨੇ। ਇਸ ਬਾਰੇ ਸਵਾਲ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਪੁੱਛਿਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ। ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਕੱਠੇ ਹੋਏ ਨੇ ਉਹ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੀ। ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਨਾਮਜ਼ਦਗੀ ਦੇ ਮਾਮਲੇ ਤੇ ਮੋਹਾਲੀ ਅਦਾਲਤ ਨੇ ਪੰਜਾਬ ਸਰਕਾਰ ਤੇ ਈਡੀ ਨੂੰ ਨੋਟਿਸ ਭੇਜਿਆ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਹਾਂ ਬਿਕਰਮ ਮਜੀਠੀਆ ਨੂੰ ਲੈ ਕੇ। ਮਾਮਲਾ ਉਹਨਾਂ ਦਾ ਲਗਾਤਾਰ ਗਰਮਾਉਂਦਾ ਜਾ ਰਿਹਾ। ਫਿਲਹਾਲ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਇੱਕ ਸਵਾਲ ਪੁੱਛਿਆ ਕਿ ਸੁਖਪਾਲ ਖਹਿਰਾ ਲਈ ਵੱਖ-ਵੱਖ ਕਾਨੂੰਨ ਕਿਉਂ ਨੇ ਅਤੇ ਮੇਰੇ ਲਈ ਵੱਖ-ਵੱਖ ਕਿਉਂ ਨੇ। ਦੇਖੋ, ਜਿਹੜਾ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਹੈ, ਸੀਨੀਅਰ ਆਗੂ ਹੈ ਜੀ। ਇੱਕ ਗੱਲ ਤਾਂ ਪਤਾ ਕਿ ਸੱਟ ਕਿਵੇਂ ਮਾਰਨੀਆਂ ਦੂਜਿਆਂ ਤੇ ਇਹ ਢੰਗ ਬਖੂਬੀ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਆਉਂਦਾ ਹੈ ਜੀ। ਕਿਸੇ ਹੱਦ ਤੱਕ ਮੈਂ ਜੋ ਦੱਸਾਂ ਉਹ ਪੜ੍ਹਦੇ ਵੀ ਹੈ, ਆਪਦੇ ਆਪ ਨੂੰ ਅਪਡੇਟ ਰੱਖਦੇ ਹੈ। ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਜੀਜਾ ਸਾਹਿਬ ਅਜੇ ਕਈ ਵਾਰੀ ਉਲਝ ਜਾਂਦੇ ਨੇ, ਉਹ ਬਿਲਕੁਲ ਸਹੀ ਹੁੰਦੇ ਨੇ। ਜਿਹੜੇ ਉਹਨਾਂ ਨੇ ਅੱਜ ਸਵਾਲ ਪੁੱਛੇ ਨੇ ਇਹਦਾ ਜਵਾਬ ਹੈ ਨਾ ਜਿਹੜਾ ਉਹ ਸਰਕਾਰ ਦੇ ਦੇਣਾ ਚਾਹੀਦਾ। ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਜਿਹੜਾ ਸਿਮਰਨਜੀਤ ਸਿੰਘ ਬੈਂਸ ਹੈ ਜੀ ਉਹਦੇ ਤੇ ਵੀ ਇੱਕ ਗੰਭੀਰ ਧਾਰਾ ਵਾਲਾ ਕੇਸ ਦਰਜ ਹੈ, ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ। ਇਹ ਮੇਰੀ ਗ੍ਰਿਫਤਾਰੀ ਦੇ ਪਿੱਛੇ ਕਿਉਂ ਪਏ ਵੀ ਹੋ। ਸਵਾਲ ਪੁੱਛਣਾ ਹੱਕ ਹੈ, ਬਿਲਕੁਲ ਜਾਇਜ਼ ਗੱਲ ਹੈ। ਪਰ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਜੀਜਾ ਸ਼੍ਰੀ ਤੇ ਉਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਰਹੇ ਨੇ 5 ਵਾਰ ਜੀ, ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਕਿ 2018 ਦੇ ਵਿੱਚ ਤੋਂ ਪਹਿਲਾਂ 17 ਤੋਂ ਪਹਿਲਾਂ ਇਹ ਕੇਸ ਤਾਂ 2008 ਦਾ ਹੈ।
ਇੰਨਾ ਚਿਰ ਇਸ ਕੇਸ ਨੂੰ ਸਿਰੇ ਕਿਉਂ ਨਾ ਲਾਇਆ ਕਿਸੇ? ਬਿਲਕੁਲ ਜੀ। ਜੇ ਨਾ ਲਿਆ ਸੀਗਾ, ਜਗਦੀਸ਼ ਭੋਲੇ ਨੇ ਲਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਘਰੇ ਆ ਬੰਦੇ ਆਉਂਦੇ ਸੀ ਜਿਨ੍ਹਾਂ ਦਾ ਉਸ ਕੇਸ ਦੇ ਵਿੱਚ ਨਾਂ ਆ, ਉਦੋਂ ਇਹਨੂੰ ਕਿਸੇ ਸਿਰੇ ਲਾ ਜਾਂਦੇ। ਇਹਨੂੰ ਲਮਕਾਦਾ ਕਿਉਂ ਰਹਿਣ ਦਿੱਤਾ ਗਿਆ? 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗਾ, ਨਸ਼ੇ ਦੇ ਸੌਦਾਗਰਾਂ ਨੂੰ ਅੰਦਰ ਕਰ ਦਿਆਂਗਾ। ਉਦੋਂ ਜਾਰੀ ਸੀ, ਨਹੀਂ ਕੀਤਾ। ਇਹਨਾਂ ਨੇ ਕਰ ਲਿਆ। ਕੀ ਜਿਹੜੀਆਂ ਧਾਰਾਵਾਂ ਇਹਨਾਂ ਤੇ ਲਾਈਆਂ ਨੇ ਉਹਦਾ ਕਿਹਾ ਜਾ ਰਿਹਾ ਕਿ ਇੱਕ ਧਾਰਾ ਹੋਰ ਨਵੀਂ, ਸ਼ਾਇਦ NDPS ਦੀ 37 ਨੰਬਰ ਧਾਰਾ ਹੈ, ਉਹ ਇਹਦੇ ਵਿੱਚ ਵਾਧਾ ਕੀਤਾ ਹੈ। ਇਹ ਇਸ ਕਰਕੇ ਕੀਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਹਾਈ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਰੱਦ ਹੋ ਜਾਵੇ ਜੀ। ਜਿਹੜੇ ਸਵਾਲ ਬਾਖੂਬੀ ਨਾਲ ਪੱਤਰਕਾਰ ਸੰਮੇਲਨ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਰੱਖੇ ਨੇ, ਉਹਨਾਂ ਦਾ ਜਿਹੜਾ ਜਵਾਬ ਹੈ ਉਹ ਸਰਕਾਰ ਵਾਲੇ ਪਾਸੇ ਤੋਂ ਮਿਲਣਾ ਚਾਹੀਦਾ ਜੀ। ਇਹ ਵੀ ਪਤਾ ਲੱਗਣਾ ਚਾਹੀਦਾ ਕਿ ਉਹ ਕਹਿੰਦੇ ਵੀ ਮੈਨੂੰ ਗਲਤ ਫਸਾਇਆ ਜਾ ਰਿਹਾ ਹੈ। ਸਰਕਾਰ ਵਾਲੇ ਪਾਸੋਂ ਦੱਸਣਾ ਚਾਹੀਦਾ ਕਿ ਤੈਨੂੰ ਗਲਤ ਨਹੀਂ ਫਸਾਇਆ ਜਾ ਰਿਹਾ, ਜਾਂ ਜਿਹੜੇ ਅਧਿਕਾਰੀਆਂ ਦੇ ਉੱਤੇ ਸਵਾਲ ਉਠਾਈ ਜਾਂਦੇ ਨੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਆਹ ਚੀਜ਼ਾਂ ਸਾਡੇ ਕੋਲ ਹੈਗੀਆਂ ਨੇ ਜਿਹਦੇ ਬੇਸ ਦੇ ਉੱਤੇ ਤੁਹਾਡੇ ਤੇ ਕੇਸ ਦਰਜ ਕੀਤਾ ਗਿਆ ਸੀ ਜੀ। ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਾਸੇ ਵੱਲ ਅੱਖਾਂ ਬੰਦ ਰੱਖੀਆਂ। ਹੁਣ ਜੇ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ। ਉਹ ਉਹਦਾ ਹੋਰੇ ਪਾਸੇ ਨੂੰ, ਹੋਰ ਦਿਸ਼ਾ ਵੱਲ ਨੂੰ, ਕਿਉਂਕਿ ਇੱਕ ਤਾਂ ਉਹਨਾਂ ਨੂੰ ਭਗਵੰਤ ਮਾਨ ਦੀ ਆਗਤ ਕਹਿੰਦਾ ਵੀ ਖੁੰਡੀ ਤੇ ਫਿੰਡ ਮਿਲ ਗਈ, ਜਿਹੜੀ ਚੋਣ ਨਿਸ਼ਾਨ ਹੈ ਜੀ। ਉਹ ਜਦੋਂ ਕੋਈ ਗੱਲ ਕਰਦੇ ਆ ਤਾਂ ਫਿੰਡ ਦੇ ਮਾਰ ਕੇ ਨਾ ਹਾਕੀ ਖੁੰਡੀ ਮਾਰ ਕੇ ਉਹਨੂੰ ਹੋਰ ਦਿਸ਼ਾ ਵੱਲ ਨੂੰ ਤੋੜ ਦਿੰਦੇ ਨੇ। ਸੋ ਇਸ ਕਰਕੇ ਜਿਹੜੇ ਸਵਾਲ ਅੱਜ ਕਾਫੀ ਵੱਡੇ ਪੱਧਰ ਦੇ ਉੱਤੇ ਚੱਕੇ ਨੇ ਕਿ ਸੁਖਪਾਲ ਖਹਿਰਾ ਨਾਲ ਇਸੇ ਮਾਮਲੇ ਦੇ ਵਿੱਚ ਹੋਰ ਤਰ੍ਹਾਂ ਦਾ ਜਿਹੜਾ ਕੇਸ ਹੈ ਈਡੀ ਦਾ, ਸੁਖਪਾਲ ਖਹਿਰੇ ਤੇ ਕੇਸ ਦਰਜ ਕੀਤਾ ਈਡੀ ਨੇ ਤੇ ਬਿਕਰਮ ਸਿੰਘ ਮਜੀਠੀਆ ਤੇ ਕੇਸ ਦਰਜ ਕੀਤਾ ਹੈਗਾ ਪੰਜਾਬ ਸਰਕਾਰ ਨੇ। ਇੱਕ ਤਾਂ ਦੋਹਾਂ ਦੇ ਵਿੱਚ ਇਹ ਫਰਕ ਹੈ ਜੀ। ਤਾਂ ਜਿਹੜੇ ਸਵਾਲ ਅੱਜ ਚੱਕੇ ਗਏ ਨੇ ਇਹ ਮੁੱਖ ਮੰਤਰੀ ਨੂੰ ਜਾਂ ਗ੍ਰਹਿ ਮੰਤਰੀ ਨੂੰ, ਜਿਹਦੇ ਅਧੀਨ ਪੁਲਿਸ ਦਾ ਮਹਿਕਮਾ ਆਉਂਦਾ ਹੈ ਜੀ, ਉਹਨੂੰ ਇਹਨਾਂ ਦਾ ਜਵਾਬ ਦੇ ਦੇਣਾ ਚਾਹੀਦਾ ਹੈ, ਤਾਂ ਜੋ ਕਿਤੇ ਇਹ ਨਾ ਲੋਕਾਂ 'ਚ ਜਾਵੇ ਕਿ ਬਿਕਰਮ ਸਿੰਘ ਮਜੀਠੀਆ ਨਾਲ ਗਲਤ ਹੋ ਰਿਹਾ ਹੈ, ਤੇ ਜਦੋਂ ਫਿਰ ਲੋਕਾਂ ਦੇ ਵਿੱਚ ਘਰ ਕਰ ਜੇ ਕਿ ਗਲਤ ਹੋ ਰਿਹਾ ਹੈ ਤੇ ਲੋਕ ਉਹਦੀ ਮਦਦ ਵੀ ਬਹੁਤ ਕਰਦੇ ਹੁੰਦੇ ਨੇ ਜੀ। ਢਿੱਲੋਂ ਜੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮਾਮਲਾ ਗਰਮਾਉਂਦਾ ਜਾ ਰਿਹਾ। ਹੁਣ ਤਾਂ ਵਿਦੇਸ਼ਾਂ ਦੇ ਵਿੱਚ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕੀਤੀ ਜਾਵੇ ਅਤੇ ਨਾਲ ਜਿਹੜੇ ਹੋਰ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਆਸਟ੍ਰੇਲੀਆ ਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਨੇ ਇਹ ਗੱਲ ਜਿਹੜੀ ਕਿ ਮੁੱਦਾ ਉਠਾਇਆ। ਦੇਖੋ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ 2018 'ਚ ਪੂਰਾ ਹੋ ਚੁੱਕਿਆ ਹੈ ਜੀ। ਉਸ ਤੋਂ ਬਾਅਦ 4 ਸਾਲ ਲੰਘ ਗਏ ਨੇ। ਇਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਦੋਸ਼ ਲੱਗ ਰਿਹਾ ਹੈ ਜੀ, ਉਹ ਦਿੱਲੀ ਦੀ ਸਰਕਾਰ ਤੇ ਲੱਗ ਰਿਹਾ, ਅਰਵਿੰਦ ਕੇਜਰੀਵਾਲ ਦੀ ਤੇ, ਜਿਹੜਾ ਪੰਜਾਬ 'ਚ ਆ ਕੇ ਚੋਣਾਂ ਲੜ ਰਿਹਾ ਹੈਗਾ ਜੀ। ਉਹਨਾਂ ਨੇ ਕਿਹਾ ਕਿ ਉਹਦੀ 2 ਵਾਰ ਫਾਈਲ ਆਈ, ਇਹਨਾਂ ਨੇ ਮੋੜਤੀ। ਅਜੇ ਤੱਕ ਨਾ ਭਗਵੰਤ ਮਾਨ ਨੇ ਤੇ ਨਾ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ 'ਚ ਚੁੱਪ ਤੋੜੀ। ਹੁਣ ਕਹਿਤਾ ਕਿ ਹੁਣ ਜਦੋਂ ਫਾਈਲ ਆਏਗੀ ਹੋ ਜਾਏਗੀ, ਪਹਿਲਾਂ ਕਿਉਂ ਨਹੀਂ ਹੋਈ, ਇਹਦਾ ਜਵਾਬ ਦਿਓ। ਬਿਲਕੁਲ ਜੀ। ਤਾਂ ਇਹ ਮਾਮਲਾ ਉਠਾਇਆ ਸੀ ਸਿੱਖ ਜਥੇਬੰਦੀਆਂ ਨੇ। ਬਾਅਦ ਦੇ ਵਿੱਚ ਦੇਖਿਆ ਕਿ ਸਿਆਸੀ ਤੌਰ ਤੇ ਕਿਤੇ ਦੂਜੇ ਫਾਇਦਾ ਨਾ ਠਾ ਜਾਣ, ਇਹ ਅਕਾਲੀ ਦਲ ਬਾਦਲ ਨੇ ਵੀ ਸ਼੍ਰੋਮਣੀ ਕਮੇਟੀ ਤੋਂ ਇੱਕ ਮਤਾ ਪਵਾਤਾ। 95 ਸਾਲ ਦਾ ਬਾਬਾ ਪ੍ਰਕਾਸ਼ ਸਿੰਘ ਬਾਦਲ ਵੀ ਬੋਲ ਪਿਆ ਵੀ ਕਿਤੇ ਦੇਖੀ ਸਾਨੂੰ ਨਾ ਨੁਕਸਾਨ ਸਿਆਸੀ ਤੌਰ ਤੇ ਹੋ ਜਾਵੇ। ਪ੍ਰੋਫੈਸਰ ਦਵਿੰਦਰਪਾਲ ਦੇ ਮਾਮਲੇ ਦੇ ਵਿੱਚ ਮੈਂ ਇਨਸਾਨੀਅਤ ਪੱਖ ਤੋਂ ਇਹ ਗੱਲ ਕਹਿੰਦਾ ਕਿ 1992-93 ਤੋਂ ਉਹ ਬੰਦਾ ਜੇਲ੍ਹ 'ਚ ਬੈਠਾ, 30 ਸਾਲ ਹੋ ਗਏ ਨੇ ਜੀ। ਪੈਰੋਲ ਤੇ ਬਹੁਤ ਲੰਬੇ ਸਮੇਂ ਤੋਂ ਬਾਅਦ ਪਿਛਲੇ ਸਮੇਂ ਦੌਰਾਨ ਉਹ ਬਾਹਰ ਆਇਆ ਸੀ 40 ਕੁ ਦਿਨਾਂ ਵਾਸਤੇ। ਉਹਦੀ ਦਿਸ਼ਾ ਮਾਨਸਿਕ ਤੌਰ ਦੇ ਉੱਤੇ ਕਹਿੰਦੇ ਕਾਫੀ ਫਰਕ ਹੈਗਾ। ਆਪਦੀ ਭਰ ਜਵਾਨੀ ਦਾ ਸਾਰਾ ਸਮਾਂ ਉਹਨੇ ਜੇਲ੍ਹ 'ਚ ਗੁਜ਼ਾਰਤਾ ਜੀ। ਹੁਣ ਜਿਹੜਾ ਸਮਾਂ ਬਚਿਆ ਉਹਦੇ ਕੋਲੇ ਉਹ ਕਿਸ ਕਿਸਮ ਦਾ ਹੈ?
ਇਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਇਹਦੇ ਤੇ ਬਕਾਇਦਾ ਪ੍ਰਮੁੱਖ ਆਧਾਰਾਂ ਦੇ ਉੱਤੇ ਇਹਨੂੰ ਲਿਆ ਜਾਣਾ ਚਾਹੀਦਾ ਹੈ ਔਰ ਇਹਦੇ ਤੇ ਫਿਰ ਕੋਈ ਨਾ ਕੋਈ ਫੈਸਲਾ ਜ਼ਰੂਰ ਹੋਵੇ। ਜੇ 4 ਸਾਲ ਤੋਂ ਉਹਦਾ ਸਾਰਾ ਕੰਮ ਨਿਬੜ ਗਿਆ ਹੈਗਾ ਤਾਂ ਉਹਨੂੰ ਰਿਹਾ ਕਰਨਾ ਬਣਦਾ ਚਾਹੀਦਾ। ਜੇ ਇਸ ਮਾਮਲੇ ਨੂੰ ਸਿੱਖ ਜਥੇਬੰਦੀਆਂ ਪ੍ਰਮੁੱਖਤਾ ਦੇ ਨਾਲ ਵੱਡੇ ਪੱਧਰ ਤੇ ਲੈ ਗਈਆਂ ਜੀ ਤਾਂ ਜਿਹੜੇ ਕਹਿੰਦੇ ਆ ਸਾਡੀ ਸਰਕਾਰ ਤਾਂ ਬਣੀ ਤੇ ਫਿਰ ਦਿਸ਼ਾ ਦੂਜੀ ਵੀ ਹੋ ਜਾਏਗੀ। ਸੋ ਆਸਟ੍ਰੇਲੀਆ ਦੇ ਵਿੱਚ ਵੀ ਹੋਰਾਂ ਦੇਸ਼ਾਂ ਦੇ ਵਿੱਚ ਵੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਮੰਗ ਹੈ ਜਿਹੜੀ ਉਹ ਲਗਾਤਾਰ ਉੱਠਣੀ ਸ਼ੁਰੂ ਹੋ ਗਈ ਆ। ਇਹਦੇ ਤੇ ਤੁਰੰਤ ਮੈਂ ਤਾਂ ਕਹਿੰਦਾ ਪੰਜਾਬ ਦੀ ਸਰਕਾਰ ਨੂੰ ਵੀ ਇਹਦੇ ਤੇ ਗੱਲ ਕਰਨੀ ਚਾਹੀਦੀ ਹੈ ਔਰ ਕੇਂਦਰੀ ਗ੍ਰਹਿ ਮੰਤਰੀ ਨਾਲ ਔਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ। ਢੀਂਡਸਾ ਸਾਹਿਬ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਲੜ ਰਹੇ ਨੇ, ਇਹਨਾਂ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨੂੰ, ਇਹਨਾਂ ਨੂੰ ਰਲ ਕੇ ਸਾਰਿਆਂ ਨੂੰ ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੇ ਬੰਦੀ ਸਿੰਘਾਂ ਦਾ ਸਮਾਂ ਲੰਘ ਗਿਆ ਤਾਂ ਉਹਨਾਂ ਨੂੰ ਰਿਹਾ ਕਰਵਾ ਦੇਣਾ ਚਾਹੀਦਾ ਜੀ। ਢਿੱਲੋਂ ਜੀ, ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਗਈ ਹੈ, ਉਹ ਇਸ ਕਰਕੇ ਕੀਤੀ ਹੈ ਜੀ, ਪਿਛਲੇ ਦਿਨੀ ਉਹਨਾਂ ਦੇ ਪਿਤਾ ਜੀ ਦਾ ਸੁਰਗਵਾਸ ਹੋ ਗਏ ਨੇ। ਉਹ ਇਹ ਦਰਖਾਸਤ ਦਿੱਤੀ ਆ ਉਹਨਾਂ ਨੇ ਕਿ ਮੈਨੂੰ ਆਗਿਆ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ ਹੱਥੀਂ ਜੀ ਉਹਨਾਂ ਦਾ ਸੰਸਕਾਰ ਕਰ ਸਕਾਂ। ਆਮ ਤੌਰ ਤੇ ਆਪਣੇ ਪਿੰਡਾਂ ਦੇ ਵਿੱਚ ਇਹੀ ਹੁੰਦਾ ਕਿ ਜਦੋਂ ਪਿਤਾ ਜੀ ਦਾ ਮੌਤ ਹੁੰਦੀ ਹੈਗੀ, ਪੁੱਤਰ ਹੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਦਿਖਾਉਂਦੇ ਨੇ। ਇਹ ਸਾਡੇ ਪੁਰਾਣੀਆਂ ਰਹੁ ਰੀਤਾਂ ਦੇ ਵਿੱਚ ਚੱਲਿਆ ਆ ਰਿਹਾ ਹੈਗਾ ਜੀ। ਇਸ ਕਰਕੇ ਉਹਨਾਂ ਨੇ ਇਹ ਮੰਗ ਕੀਤੀ ਹੈ ਤੇ ਇਹ ਉਹਨਾਂ ਦੀ ਮੰਗ ਵਾਜਬ ਹੈ। ਮੈਨੂੰ ਲੱਗਦਾ ਸਰਕਾਰ ਨੂੰ ਇਸ ਮਾਮਲੇ ਵਿੱਚ ਨਰਮਾਈ ਵੇਖਦੇ ਹੋਏ ਜੋ ਸੁਰੱਖਿਆ ਦੇ ਪ੍ਰਬੰਧ ਹੋਣੇ ਨੇ ਉਹ ਤਾਂ ਨਾਲੋਂ ਨਾਲ ਉਹ ਤਾਂ ਪੁਲਿਸ ਡਿਪਾਰਟਮੈਂਟ ਨੇ ਕਰਨੇ ਨੇ, ਉਹਨੂੰ ਉੱਥੇ ਜਾਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਇਹ ਤਾਂ ਹੁਣ ਜੇਲ੍ਹ ਪ੍ਰਸ਼ਾਸਨ ਨੇ ਦੇਖਣਾ ਕਿ ਜੇਲ੍ਹ ਕਾਨੂੰਨਾਂ ਦੇ ਮੁਤਾਬਕ ਇਹ ਆਗਿਆ ਦਿੱਤੀ ਜਾ ਸਕਦੀ ਹੈ ਜਾਂ ਨਹੀਂ ਦਿੱਤੀ ਜਾ ਸਕਦੀ। ਅਦਾਲਤ ਫੈਸਲਾ ਕਰੂਗੀ ਕਿਉਂਕਿ ਅਦਾਲਤ ਨੇ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਨੂੰ ਨੋਟਿਸ ਭੇਜਤਾ ਹੋਣਾ ਕਿ ਤੁਸੀਂ ਜਵਾਬ ਦਿਓ ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ। ਜੇ ਇਤਰਾਜ਼ ਜਤਾਉਂਦੇ ਨੇ ਮਰਨਗੇ ਇਸ ਵੇਲੇ। ਇਹ ਬੜੀ ਨਾਜ਼ੁਕ ਕਿਸਮ ਦੀ ਸਥਿਤੀ ਹੈ ਜੀ। ਇਹ ਵੀ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਬਹੁਤ ਚਿਰ ਤੋਂ ਇੱਕ ਸਿਆਸੀ ਧਿਰ ਆਪਣੇ ਲਈ ਸਿਆਸਤ ਦੇ ਤੌਰ ਤੇ ਵਰਤਨ ਨੂੰ ਕਾਫੀ ਚਿਰ ਦੀ ਤਰਲੋ ਮੱਛੀ ਹੋ ਵੀ ਰਹੀ ਹੈ ਜੀ। ਢਿੱਲੋਂ ਜੀ, ਸਾਹਮਣੇ ਆ ਰਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਉਮੀਦਵਾਰ ਨੇ ਉਹ ਆਜ਼ਾਦ ਚੋਣ ਲੜਨਗੇ। ਇਹਨਾਂ ਨੇ ਜੀ ਜਨਵਰੀ 7 ਨੂੰ ਕਹਿੰਦੇ ਆ ਕਿ ਰਜਿਸਟ੍ਰੇਸ਼ਨ ਵਾਸਤੇ ਇੱਕ ਦਰਖਾਸਤ ਕੀਤੀ ਸੀ। ਬੜਾ ਮੰਗ ਉੱਠੀ ਕਿ ਇਹਨਾਂ ਨੂੰ ਦਰਖਾਸਤ ਵਾਸਤੇ ਕਿਉਂ ਮੌਕਾ ਦਿੱਤਾ ਜਾ ਰਿਹਾ ਹੈ ਜੀ। ਉਹ ਕਹਿੰਦੇ ਸੀ ਵੀ ਸਾਡੀ ਰਜਿਸਟ੍ਰੇਸ਼ਨ ਕਰੋ। ਮੈਨੂੰ ਲੱਗਿਆ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਦੇ ਵਿੱਚ ਖਾਮੀਆਂ ਨੇ। ਚੋਣ ਕਮਿਸ਼ਨ ਨੇ ਕੁਝ ਸਵਾਲ ਉਠਾਏ ਨੇ ਕਿ ਤੁਹਾਡੀਆਂ ਖਾਮੀਆਂ ਨੇ, ਇਹਨਾਂ ਨੂੰ ਪੂਰਾ ਕਰਕੇ ਦਿਓ, ਜਿਹਦੇ ਕਰਕੇ ਇਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ। ਹੁਣ ਉਹਨਾਂ ਨੇ ਚੋਣ ਕਮਿਸ਼ਨ ਤੋਂ ਇੱਕ ਮੰਗ ਕੀਤੀ ਹੈ ਕਿ ਭਾਵੇਂ ਸਾਨੂੰ ਆਜ਼ਾਦ ਤੌਰ ਤੇ ਉੱਤੇ ਚੋਣ ਲੜਨ ਦੇ ਦਿਓ ਪਰ ਸਾਨੂੰ ਚੋਣ ਨਿਸ਼ਾਨ ਇੱਕ ਦੇ ਦਿਓ ਜਿਹੜਾ ਸਾਡਾ ਪੂਰੇ ਪੰਜਾਬ ਦੇ ਵਿੱਚ ਸਾਰੇ ਉਮੀਦਵਾਰਾਂ ਦਾ ਸਾਰੇ ਹਲਕਿਆਂ ਦੇ ਵਿੱਚ ਉਹੀ ਚੋਣ ਨਿਸ਼ਾਨ ਹੋਵੇ। ਮੇਰਾ ਖਿਆਲ ਹੈ ਕਿ ਸ਼ਾਇਦ ਉਹ ਟਰੈਕਟਰ ਚੋਣ ਨਿਸ਼ਾਨ ਦੀ ਮੰਗ ਕਰ ਰਹੇ ਨੇ ਜੀ। ਚੋਣ ਨਿਸ਼ਾਨ ਉਹਨਾਂ ਨੂੰ ਕਿਹੜਾ ਮਿਲਦਾ, ਇਸ ਗੱਲ ਨੂੰ ਚੋਣ ਕਮਿਸ਼ਨ ਪ੍ਰਵਾਨ ਕਰਦਾ ਜਾਂ ਨਹੀਂ ਕਰਦਾ, ਇਹ ਚੋਣ ਕਮਿਸ਼ਨ ਤੇ ਨਿਰਭਰ ਕਰੇਗਾ ਜੀ। ਢਿੱਲੋਂ ਜੀ, ਜੇਕਰ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖਹਿਰਾ ਦੀ, ਸੁਖਪਾਲ ਸਿੰਘ ਖਹਿਰਾ ਦੀ ਨਾਮਜ਼ਦਗੀ ਦੇ ਮਾਮਲੇ ਤੇ ਮੋਹਾਲੀ ਅਦਾਲਤ ਨੇ ਪੰਜਾਬ ਸਰਕਾਰ ਤੇ ਈਡੀ ਨੂੰ ਨੋਟਿਸ ਭੇਜਿਆ ਕਿਉਂਕਿ ਦੋਨੋਂ ਹੀ ਇਹਦੇ ਵਿੱਚ ਪਾਰਟੀਆਂ ਨੇ ਜੀ। ਸੁਖਪਾਲ ਸਿੰਘ ਖਹਿਰਾ ਇਸ ਵੇਲੇ ਜੇਲ੍ਹ 'ਚ ਨੇ। ਈਡੀ ਦਾ ਮਨੀ ਲਾਂਡਰਿੰਗ ਦਾ ਕੇਸ ਉਹਨਾਂ ਤੇ ਕਥਿਤ ਰੂਪ ਵਿੱਚ ਦਰਜ ਹੋਇਆ ਵਾ, ਜਿਹਦੇ ਕਰਕੇ ਜਿਹੜੀ ਵਿਸ਼ੇਸ਼ ਅਦਾਲਤ ਆ ਮੋਹਾਲੀ ਦੀ, ਉਹਨਾਂ ਨੇ ਕਿਉਂਕਿ ਜੇਲ੍ਹ ਦੇ ਵਿੱਚ ਹੈ, ਪੰਜਾਬ ਦੀ ਜੇਲ੍ਹ ਦੇ ਵਿੱਚ ਹੈ, ਪੰਜਾਬ ਸਰਕਾਰ ਨੂੰ ਨੋਟਿਸ ਤਾਂ ਇਸ ਕਰਕੇ ਆਇਆ ਜੀ। ਦੂਜੇ ਪਾਸੇ ਪੰਜਾਬ ਸਰਕਾਰ ਤਾਂ ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਨੇ ਉਹਨੂੰ ਟਿਕਟ ਦਿੱਤੀ ਹੈ। ਉਹ ਤਾਂ ਜਦ ਤੱਕ ਮੇਰਾ ਖਿਆਲ ਆ ਉਹਨਾਂ ਦੇ ਹੱਕ 'ਚ ਹੀ ਕਹਿਣਗੇ ਜੀ। ਤੇ ਦੂਜੇ ਪਾਸੇ ਈਡੀ ਨੂੰ ਨੋਟਿਸ ਕੀਤਾ, ਉਹਨੇ ਇਹ ਆਗਿਆ ਮੰਗੀ ਹੈ ਕਿ ਮੈਨੂੰ ਨਾਮਜ਼ਦਗੀ ਦਖਲ ਕਰਨ ਦੀ ਆਗਿਆ ਦਿੱਤੀ ਜਾਵੇ। ਮੇਰਾ ਖਿਆਲ ਜੇ ਨਾਮਜ਼ਦਗੀ ਦਖਲ ਕਰਨ ਦੀ ਆਗਿਆ ਦੇ ਵੀ ਦੇਣਗੇ ਜੀ ਤਾਂ ਕੋਈ ਬੜਾ ਫਰਕ ਨਹੀਂ ਪੈਣਾ। ਦੂਜਾ ਇਹ ਹੈਗਾ ਕਿ ਸੁਖਪਾਲ ਸਿੰਘ ਖਹਿਰਾ ਆਨਲਾਈਨ ਵੀ ਵੈਸੇ ਅਪਲਾਈ ਕਰ ਸਕਦੇ ਨੇ, ਤਕਨੀਕਾਂ ਦੇ ਮਾਹਰ ਨੇ। ਹੁਣ ਇਹਦੇ ਤੇ ਕੱਲ ਪਤਾ ਲੱਗੇਗਾ ਜਦੋਂ ਈਡੀ ਦਾ ਜਵਾਬ ਵੀ ਆਇਆ ਤੇ ਪੰਜਾਬ ਸਰਕਾਰ ਦਾ ਜਵਾਬ ਆਇਆ। ਉਦੋਂ ਬਾਅਦ ਇਹ ਤਾਂ ਜੇ
ਨਾਮਜ਼ਦਗੀ ਦਾਖਲ ਕਰਨ ਵਾਸਤੇ ਕੋਈ ਪੂਰੇ ਦਿਨ ਦੀ ਛੁੱਟੀ ਤਾਂ ਹੋਣੀ ਨਹੀਂ, ਇਹ ਤਾਂ ਘੰਟੇ 2 ਘੰਟੇ ਦੀ ਛੁੱਟੀ ਹੁੰਦੀ ਹੈ ਕਿ ਨਾਮਜ਼ਦਗੀ ਪੱਤਰ ਦਾਖਲ ਕਰੋ ਤੇ ਵਾਪਸ ਆ ਜਾਓ। ਜੀ ਢਿੱਲੋਂ ਜੀ, ਭਗਵੰਤ ਮਾਨ ਨੇ ਇੱਕ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਬਣਨ ਤੇ ਬੇਅਦਬੀ ਤੇ ਬੰਬ ਧਮਾਕੇ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਹੋਣਗੀਆਂ। ਕੱਲ ਜਦੋਂ ਉਹ ਕਾਲੀ ਦੇਵੀ ਮੰਦਿਰ ਦੇ ਵਿੱਚ ਆਏ ਜੀ, ਇੱਥੇ ਉਹਨਾਂ ਦਾ ਵਿਰੋਧ ਵੀ ਹੋਇਆ, ਰਗਬ ਚੱਡੇ ਦਾ ਵੀ, ਉਹਦਾ ਵੀ। ਉਹਨਾਂ ਨੇ ਕਿਹਾ ਕਿ ਸਰਕਾਰਾਂ ਲਗਾਤਾਰ ਜਿਹੜੀ ਰਾਜਨੀਤੀ ਕਰ ਰਹੀਆਂ ਨੇ, ਪਰ ਆਮ ਆਦਮੀ ਪਾਰਟੀ ਕਦੇ ਵੀ ਇਸ ਮਾਮਲੇ 'ਚ ਰਾਜਨੀਤੀ ਨਹੀਂ ਕਰੇਗੀ, ਸਗੋਂ ਅਜਿਹੇ ਮਾਮਲੇ ਦੇ ਵਿੱਚ ਉਹ ਮੈਰਿਟ ਦੇ ਆਧਾਰ ਤੇ, ਪਹਿਲ ਦੇ ਆਧਾਰ ਦੇ ਉੱਤੇ ਸਜ਼ਾਵਾਂ ਦੇਵੇਗੀ ਬੇਅਦਬੀਆਂ ਦੇ ਮਾਮਲਿਆਂ ਨੂੰ। ਕਈ ਸਾਡੇ ਕਾਲਰ ਵੀ ਮੰਗ ਕਰ ਰਹੇ ਸੀ ਕਿ ਅਜਿਹੇ ਮਾਮਲਿਆਂ ਦੇ ਵਿੱਚ ਤਾਂ ਜੀ ਨਾਲ ਦੀ ਨਾਲ ਹੀ ਸਜ਼ਾ ਦੇ ਦਿੱਤੀ ਜਾਣੀ ਚਾਹੀਦੀ ਹੈ। ਬਿਲਕੁਲ ਜੀ। ਆ ਜਿਹੜਾ ਨੈਣ ਕਲਾਂ ਦਾ ਮੁੰਡਾ ਕਾਲੀ ਦੇਵੀ ਵਾਲੇ ਮਾਮਲੇ ਦੇ ਵਿੱਚ ਆਇਆ ਹੈ, ਫੜਿਆ ਗਿਆ ਹੈਗਾ, ਰਾਜਵੀਰ ਸਿੰਘ ਜੀ, ਇਹਦੇ ਪਿੰਡ ਦੇ ਵਿੱਚੋਂ ਖਬਰਾਂ ਛਪੀਆਂ ਨੇ, ਕੁਝ ਪੱਤਰਕਾਰਾਂ ਨੇ ਤਹਿਕੀਕਾਤ ਕੀਤੀ ਹੈ, ਨਹੀਂ ਤਾਂ ਨਾ ਇੰਨਾ ਧਮੱਚੜ ਸਾਡੇ ਇਹ ਲੋਕ ਪਾਉਣ ਲੱਗ ਗਏ ਨੇ ਜਿਵੇਂ ਹਿਰਦੇ ਉਹਨਾਂ ਦੇ 'ਚ ਅੱਗ ਲੱਗੀ ਵੀ ਹੋਵੇ। ਸਾਨੂੰ ਕੋਈ ਠਰਮਾ ਰੱਖਣਾ ਚਾਹੀਦਾ ਹੈ। ਬਿਲਕੁਲ, ਅਸੀਂ ਲੋਕਾਂ ਨੂੰ ਤੋੜਨਾ ਨਹੀਂ, ਲੋਕਾਂ ਨੂੰ ਜੋੜਨਾ ਹੈ। ਇਹ ਕਾਲੀ ਲੱਗੀ ਵੀ ਹੈ ਵੀ ਸਭ ਤੋਂ ਪਹਿਲਾਂ ਮੈਂ ਕਰਦੇ ਹਾਂ। ਜੇ ਅਸੀਂ ਠਰਮਾ ਰੱਖੀਏ, ਅਸੀਂ ਆਪਣੇ ਰਿਪੋਰਟਰ ਨੂੰ ਭੇਜੀਏ ਉਸ ਜਗ੍ਹਾ ਦੇ ਉੱਤੇ, ਉਹਦੇ ਵੱਖ-ਵੱਖ ਪਹਿਲੂਆਂ ਦੀ ਰਿਪੋਰਟ ਇਕੱਠੀ ਕਰੀਏ। ਹੁਣ ਪਿੰਡ ਦਾ ਇੱਕ ਵੀ ਬੰਦਾ ਨਹੀਂ ਕਹਿੰਦਾ ਕਿ ਉਹ ਬੰਦਾ ਬੇਅਦਬੀ ਕਰ ਸਕਦਾ, ਉਹ ਕਹਿੰਦੇ ਵੀ ਉਹ ਤਾਂ ਹੈ ਹੀ ਭਗਤ ਹੈ ਕਾਲੀ ਦੇਵੀ ਦਾ, ਬਿਲਡਿੰਗ ਦਾ ਕੰਮ ਕਰਦਾ, ਆਪਦੀ ਦੁਕਾਨ ਹੈ ਉਹਦੀ। ਉਹ ਕਹਿੰਦੇ ਘਰ ਦੇ ਵਿੱਚ ਵੀ ਉਹ ਕਾਲੀ ਦੇਵੀ ਦਾ ਜਿਹੜੀ ਮੂਰਤੀ ਵਗੈਰਾ ਉਹਨੇ ਸਥਾਪਿਤ ਕੀਤੀ ਹੋਈ ਹੈ ਜੀ। ਮਤਲਬ ਕੁੱਲ ਮਿਲਾ ਕੇ ਉਹ ਧਾਰਮਿਕ ਵਿਅਕਤੀ ਵਾਲਾ ਹੈ। ਹੁਣ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਜੀ। ਅਜੇ ਪੁਲਿਸ ਨੂੰ ਵੀ ਉਹਦਾ ਖੁਲਾਸਾ ਕਰਨਾ ਚਾਹੀਦਾ ਕਿ ਉਹਦੇ ਮਨਸ਼ਾ ਕੀ ਸੀ, ਕੁਛ ਤਾਂ ਪੁੱਛ-ਗਿੱਛ ਹੋਈ ਹੋਣੀ ਹੈ। ਹਾਂ, ਬਿਲਕੁਲ। ਲੋਕਾਂ ਦੇ ਵਿੱਚ ਉਹ ਸਾਰੀ ਚੀਜ਼ ਜਾਣੀ ਚਾਹੀਦੀ ਹੈ, ਨਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਸਿਆਸਤਾਂ ਬਹੁਤ ਕਰ ਲਈਆਂ, ਅੱਗਾਂ ਬਹੁਤ ਲਾ ਲਈਆਂ, ਬਸ ਕਰੋ। ਜਿਹੜਾ 10 ਸਾਲਾਂ ਦਾ ਦਹਾਕਾ ਪੰਜਾਬ ਨੇ ਦੇਖਿਆ, ਪੁੱਛੋ ਉਹਨਾਂ ਦੇ ਘਰਾਂ 'ਚ ਜਾ ਕੇ ਜਿਨ੍ਹਾਂ ਦੇ 70 ਵਿਸ਼ੇ ਨੇ, 84 ਦੇ ਬਹੁਤ ਅਸੀਂ ਰੋਟੀਆਂ ਸੇਕ ਲੀਆਂ। ਜਿਹੜੀਆਂ ਔਰਤਾਂ ਉਦੋਂ ਭਰ ਜਵਾਨੀ ਦੇ ਵਿੱਚ ਸੀ, ਅੱਜ ਵਡੇਪੇ ਵਾਲੇ ਪਾਸੇ ਤੁਰਗਾਂ ਫਿਰਦੀਆਂ ਨੇ। ਪੁੱਛੋ ਉਹਨਾਂ ਦੇ ਨਾਲ ਕੀ ਬੀਤਦੀ ਹੋਏਗੀ। ਬਿਲਕੁਲ, ਉਹ ਪੁੱਛੋ ਕਿ ਉਹਨਾਂ ਨੇ ਭਰ ਜਵਾਨੀ ਕਿਵੇਂ ਕੱਢੀ ਹੋਏਗੀ ਜਦੋਂ ਚਾਰੇ ਪਾਸੇ ਬਘਿਆੜ ਰੂਪੀ ਸਮਾਜ ਖਾਣ ਨੂੰ ਫਿਰਦਾ ਹੈ। ਸੋ ਆਪਦੀਆਂ ਸਿਆਸੀ ਰੋਟੀਆਂ ਵਾਸਤੇ ਇਹ ਕੰਮ ਨਾ ਕਰੋ। ਪੰਜਾਬ ਨੇ ਪਹਿਲਾਂ ਬਹੁਤ, ਮੈਂ ਸਾਰੀਆਂ ਸਿਆਸੀ ਪਾਰਟੀਆਂ ਦੇ ਚਰਨਾਂ 'ਚ ਬੇਨਤੀ ਕਰਦਾ, ਕਿਰਪਾ ਰੱਖੋ, ਠੰਡ ਰੱਖੋ, ਇਹ ਤਰੀਕੇ ਦਾ ਢੰਗ ਨਾ ਵਰਤੋ। ਜੇ ਤੁਸੀਂ ਕੰਮਕਾਰ ਕਰੋ ਜੀ, ਤੁਸੀਂ ਹਲਕੇ ਵਾਸਤੇ ਇੰਨੇ ਕੁ ਕੰਮ ਕਰਦੇ ਹੋ, ਲੋਕ ਆਪ ਜਾ ਕੇ ਕਹਿਣ ਵੀ ਯਾਰ ਸਾਡੇ ਐਮਐਲਏ ਵਰਗੇ ਦੇਖੋ ਕਿੰਨੇ ਕੰਮ ਕੀਤੇ ਨੇ ਉਹਨੇ। ਤੁਸੀਂ ਸਾਂਝੇ ਕੰਮ ਕਰਦੇ ਹੋ, ਵਿਅਕਤੀਗਤ ਕੰਮ ਨਾ ਵੀ ਕਰੋ ਜੀ। ਸਾਂਝੇ ਕੰਮ ਇੰਨੇ ਕੁ ਕਰ ਦਿਓ। ਕੋਈ ਇੱਕ ਸਮੱਸਿਆ 5 ਸਾਲਾਂ 'ਚ ਆਪਦੇ ਹਲਕੇ ਦੀ ਦੂਰ ਕਰ ਦਿਓ, ਲੋਕ ਯਾਦ ਰੱਖਣਗੇ ਯਾਰ ਫਲਾਣਾ ਐਮਐਲਏ ਆਇਆ ਸੀ, ਉਹਨੇ ਸਾਡੇ ਹਲਕੇ ਦੀ ਆਹ ਮੰਗ ਪੂਰੀ ਕਰਤੀ। ਪਰ ਇਹ ਹੁੰਦਾ ਨਹੀਂ। ਇਹ ਸ਼ਕਤੀਆਂ ਕਈ ਧਰਮਾਂ, ਜਾਤਾਂ, ਖਿੱਤਿਆਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾ ਰਹੀਆਂ ਨੇ, ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ। ਅਸੀਂ ਬਹੁਤ ਨੁਕਸਾਨ ਪਹਿਲਾਂ ਝੱਲ ਲਿਆ, ਪੰਜਾਬ ਨੇ ਝੱਲ ਲਿਆ। ਬਿਲਕੁਲ ਜੀ। ਆ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਚੰਗੀ ਪਿਰਤ ਸ਼ੁਰੂ ਕੀਤੀ ਸੀ, ਪਤਾ ਨਹੀਂ ਕਿਹੜੀ ਬਿੱਲੀ ਨੇ ਰਾਹ ਕੱਟਤਾ ਕਿ ਇਹ ਵੀ ਉਸੇ ਰਾਹ ਚੱਲ ਪਏ ਜਿੱਧਰ ਨੂੰ ਹੋਰ ਸਿਆਸਤਦਾਨ ਚੱਲੇ ਹੋਏ ਨੇ। ਕਿੰਨੀ ਕੁ ਕਾਮਯਾਬੀ ਮਿਲਣੀ ਹੈ ਇਹ ਮੈਨੂੰ ਪਤਾ ਨਹੀਂ। ਸਾਡੀਆਂ ਸ਼ੁਭ ਆਸਾਵਾਂ ਇਹਨਾਂ ਸਾਰਿਆਂ ਦੇ ਨਾਲ ਨੇ ਜੀ। ਢਿੱਲੋਂ ਜੀ, ਗੱਲਬਾਤ ਕਰ ਲੈਂਦੇ ਹਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਲੈ ਕੇ। ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਕਿ ਆਪ ਦੀ ਸਰਕਾਰ ਦੇ ਵਿੱਚ ਮੈਰਿਟ ਤੇ ਹੋਵੇਗੀ ਸਰਕਾਰੀ ਭਰਤੀ ਤੇ ਜਾਰੀ ਹੋਇਆ ਕਰੇਗੀ ਵੇਟਿੰਗ ਲਿਸਟ। ਉਹਨਾਂ ਨੇ ਬਿਲਕੁਲ ਇਹ ਗੱਲ ਕਹੀ ਹੈ। ਉਹਨਾਂ ਦਾ ਕਹਿਣਾ ਹੱਕ ਬਣਦਾ। ਜੇ ਚੋਣ ਮਨੋਰਥ ਪੱਤਰ ਤਾਂ ਉਹਨਾਂ ਦਾ ਵੀ ਆਉਣਾ ਹੈ ਜੀ। ਜੇ ਉਹ ਇਸ ਤਰ੍ਹਾਂ ਦਾ ਕੰਮ ਕਰਨਗੇ ਇੱਕ ਚੰਗੀ ਗੱਲ ਹੈਗੀ। ਵਧੀਆ ਮੈਰਿਟ ਦੇ ਆਧਾਰ ਤੇ ਹੋਵੇ ਔਰ ਉੱਪਰ ਹੀ ਸਾਰਾ ਕੁਝ ਪਾ ਦਿੱਤਾ ਜਾਵੇ ਕਿ ਇਹਦੇ 92 ਨੰਬਰ ਨੇ, ਇਹਦੇ 91 ਨੇ, ਇਹਦੇ 90 ਨੇ, ਇਹਦੇ 80 ਨੇ, ਇਸ ਤਰ੍ਹਾਂ ਜਾਵੇ। ਉਸ ਤੋਂ ਬਾਅਦ ਵੇਟਿੰਗ ਲਿਸਟ ਆ ਜਾਵੇ। ਜੇ ਬੰਦੇ ਪੂਰੇ ਨਾ ਹੋਣ ਤਾਂ ਹੇਠਲੇ ਪਾਸੇ ਜਿਹੜਾ ਪਹਿਲੇ, ਦੂਜੇ, ਤੀਜੇ ਨੰਬਰ ਤੇ ਆਇਆ ਬੰਦਾ, ਉਹਨੂੰ ਪਤਾ ਹੀ ਹੋਵੇ ਕਿ ਜੇ ਇਹ ਨਹੀਂ ਆਉਂਦੇ ਤਾਂ ਮੇਰਾ ਨਾਂ ਆਉਣੀ ਵਾਲਾ ਹੈ ਜੀ। ਨਵਜੋਤ ਸਿੰਘ ਸਿੱਧੂ ਨੇ ਵੀ ਪੰਜਾਬ ਮਾਡਲ ਦਾ 13 ਨੁਕਾਤੀ ਏਜੰਡਾ ਜਿਹੜਾ ਪੇਸ਼ ਕੀਤਾ ਹੈ। ਕੱਲ ਜਲੰਧਰ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ। ਉਹਨਾਂ ਦੀ
ਜਿਹੜੇ ਕਿ ਚੋਣ ਮਨੋਰਥ ਕਮੇਟੀ ਦੇ ਚੇਅਰਮੈਨ ਨੇ ਜੀ। ਬਾਜਵਾ ਸਾਹਿਬ ਨੇ ਨੂੰ ਨਵਜੋਤ ਸਿੰਘ ਸਿੱਧੂ ਨੇ ਜਿਹੜਾ 13 ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਕੇ ਆਇਆ ਸੀ ਜੀ, ਉਹੀ 13 ਪ੍ਰੋਗਰਾਮ ਉਹ ਕਹਿੰਦਾ ਮੈਨੂੰ ਕਾਂਗਰਸ ਨੇ ਦਿੱਤਾ ਸੀ। ਉਹੀ ਪ੍ਰੋਗਰਾਮ ਜਿਹਦੇ ਵਿੱਚ ਕੈਪਟਨ ਸਾਹਿਬ ਕਹਿ ਆਏ ਸੀ ਕਿ ਇਹਦੇ ਵਿੱਚੋਂ 95% ਤਾਂ ਅਸੀਂ ਪੂਰੇ ਕਰਤੇ ਜੀ। ਉਹ 13 ਫਿਰ ਚੱਕੀ ਫਿਰਦਾ ਹੈਗਾ, 95% ਤਾਂ ਉਹਨਾਂ ਦੇ ਪੂਰੇ ਹੋ ਗਏ ਸੀਗੇ। ਤੇ ਉਹ 13 ਨੂੰ ਪ੍ਰਤਾਪ ਸਿੰਘ ਬਾਜਵਾ ਨੇ ਕੱਲ ਮੰਨ ਲਿਆ ਕਿ ਹਾਂ ਅਸੀਂ ਜਦੋਂ ਚੋਣ ਮਨੋਰਥ ਪੱਤਰ ਨੂੰ ਅੰਤਮ ਰੂਪ ਦੇਵਾਂਗੇ, ਇਹ ਜਿਹੜੇ ਨਵਜੋਤ ਸਿੱਧੂ ਵਾਲੇ 13 ਪ੍ਰੋਗਰਾਮ ਨੇ ਇਹ ਬਕਾਇਦਾ ਉਹਦਾ ਹਿੱਸਾ ਹੋਣਗੇ। ਜੀ ਢਿੱਲੋਂ ਜੀ, ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਇੱਕ ਵਾਰ ਫਿਰ ਮੌਕਾ ਦਿੱਤਾ ਜਾਵੇ ਤੇ ਜਿਹੜੀ ਪੰਜਾਬ ਦੀ ਤਸਵੀਰ ਆ ਉਹ ਬਿਲਕੁਲ ਬਦਲ ਕੇ ਰੱਖ ਦਾਂਗੇ। ਦੇਖੋ ਚਰਨਜੀਤ ਸਿੰਘ ਚੰਨੀ ਜਿਹੜਾ 111 ਦਿਨ ਦਾ ਕੰਮ ਕੀਤਾ ਜੀ, ਆ ਇੱਕ ਗੱਲ ਨੂੰ ਪਾਸੇ ਕਰ ਦਿਓ, ਜਿਹੜੀ ਆ ਲਾਸਟ ਦੇ ਵਿੱਚ ਆ ਕੇ ਆਈ ਹੈ ਉਹਦੇ ਭਤੀਜੇ ਵਾਲੀ, ਉਹ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਉਹ ਕੰਮ ਜਿਹੜੇ 111 ਦਿਨਾਂ ਚ ਅਸੀਂ ਕੀਤੇ ਆ 11 ਸਾਲਾਂ ਚ ਨਹੀਂ ਸੀ ਹੋਏ। ਭਾਵ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਤੇ 6 ਸਾਲ ਲਾ ਲਓ ਤੁਸੀਂ, 6.5 ਸਾਲ ਇਹਨਾਂ ਦੇ ਬਾਦਲ ਪਰਿਵਾਰ ਦੇ ਜੀ, ਇਹਦੇ ਵਿੱਚ ਕੰਮ ਨਹੀਂ ਸੀ ਹੋਏ। ਇਹਦਾ ਮਤਲਬ ਉਹ ਬਾਦਲ ਸਾਹਿਬ ਦੀ ਪਿਛਲੀ ਸਰਕਾਰ ਨੂੰ ਵੀ ਵਿੱਚ ਲੈ ਗਏ ਨੇ। ਇਹਦਾ ਲੇਖਾ ਜੋਖਾ ਚੰਨੀ ਸਾਹਿਬ ਲੋਕਾਂ ਨੇ ਕਰਨਾ ਹੈ। ਜੇ ਵਾਕਈ ਤੁਸੀਂ ਇਹ ਸਾਰੇ ਕੰਮ ਕੀਤੇ ਆ, ਉਹਨਾਂ ਨੇ 100 ਕੀਤੇ ਹੋਏ ਕੰਮਾਂ ਦਾ ਫੁੱਲ 2 ਪੇਜਾਂ ਦਾ ਇਸ਼ਤਿਹਾਰ ਵੀ ਜਾਰੀ ਕੀਤਾ ਸੀ, ਜਿਹਦੇ ਵਿੱਚ ਕਿਹਾ ਸੀ ਆ ਨੋਟੀਫਿਕੇਸ਼ਨ ਅਸੀਂ ਕਰਤੇ ਨੇ, ਕੁਝ ਉਹਨਾਂ ਦੇ ਰਹਿ ਗਏ ਨੇ। ਜੇ ਤਾਂ ਸਹੀ ਨੀਅਤ ਨਾਲ ਉਹ ਸਾਰੇ, ਦੇਖੋ ਬਿਜਲੀ ਦੇ ਬਿੱਲਾਂ ਬਾਰੇ ਮੈਂ ਦਾਅਵਾ ਕਰਦਾ ਕਿ ਬਿੱਲ ਘਟ ਗਏ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਦੂਜਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ 2 ਕਿਲੋਵਾਟ ਦੇ ਮਾਫ ਨੇ, ਉਹ ਬਿਜਲੀ ਅਧਿਕਾਰੀਆਂ ਨਾਲ ਮੇਰੀ ਗੱਲ ਹੋਈ ਹੈ, ਉਹ ਕਹਿੰਦੇ ਬਾਕਾਇਦਾ ਹੋ ਗਏ ਜੀ। ਉਹ 2 ਚੀਜ਼ਾਂ ਤਾਂ ਮੈਂ ਮੰਨਦਾ ਕਿ ਹੋਏ ਨੇ। ਤੀਜੀ ਚੀਜ਼ ਪੈਟਰੋਲ ਤੇ ਡੀਜ਼ਲ ਤੁਹਾਡੇ ਸਾਹਮਣੇ ਹੈ, 10 ਰੁਪਏ ਤੇ 5 ਰੁਪਏ ਇਹਨਾਂ ਨੇ ਘਟਾਇਆ ਸੀ, ਉਹ ਘਟਿਆ ਵਾ। ਸੋ ਨਵੰਬਰ ਤੋਂ ਜਿਹੜੇ ਬਿੱਲ ਆਏ ਨੇ ਜਨਵਰੀ ਦੇ ਵਿੱਚ, ਉਹ ਨਵੰਬਰ ਦਸੰਬਰ ਵਾਲੇ ਬਿੱਲ ਜਿਹੜੇ ਹੈ ਉਹ ਬਕਾਇਦਾ ਘਟ ਕੇ ਆਏ ਨੇ। 3 ਰੁਪਏ ਘਟੇ ਨੇ, 5 ਰੁਪਏ ਕੁਝ ਪੈਸੇ ਦੇ ਹਿਸਾਬ ਨਾਲ ਜਿਹੜਾ 100 ਯੂਨਿਟ ਤੋਂ ਬਾਅਦ ਵਾਲਾ ਬਿੱਲ ਹੈ ਉਹ ਆ ਰਿਹਾ ਹੈ ਜੀ। ਇਸ ਕਰਕੇ ਇਹ ਚੀਜ਼ਾਂ ਕੁਝ ਤਾਂ ਉਹਨਾਂ ਦੀਆਂ ਲਾਗੂ ਹੈਗੀਆਂ ਨੇ, ਉਹਦੇ ਉੱਤੇ ਲੋਕ ਦੇਖਣਗੇ ਲੇਖਾ ਜੋਖਾ ਕਰਕੇ ਕਿ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਇਆ। ਮੈਂ ਸਮਝਦਾ ਕਿ ਇਸ ਵਾਰ ਜਿਹੜਾ ਬਿੱਲ ਆਇਆ ਬਹੁਤ ਵਾਜਬ ਬਿੱਲ ਆਇਆ, ਤੇ ਇਹੋ ਜਿਹਾ ਬਿੱਲ ਵੀ ਜੇ ਕੋਈ ਨਾ ਦੇਵੇ ਤੇ ਫਿਰ ਤਾਂ ਰੱਬ ਰਾਖਾ। ਸਾਨੂੰ ਕੁਝ ਨਾ ਕੁਝ ਸਰਕਾਰੀ ਖਜ਼ਾਨੇ ਵਿੱਚ ਪੈਸੇ ਦੇਣ ਦੀ ਨੀਅਤ ਤੇ ਆਦਤ ਆਪਣੀ ਬਣਾਉਣੀ ਚਾਹੀਦੀ ਹੈ। ਜੇ ਸਾਰੇ ਬੰਦੇ ਤਹਈਆ ਕਰ ਲੈਣ, ਲੋਕ ਇਹ ਕਹਿੰਦੇ ਨੇ ਕਿ ਤੁਸੀਂ ਸਾਨੂੰ ਰੁਜ਼ਗਾਰ ਦੇ ਦਿਓ, ਤੁਸੀਂ ਸਾਨੂੰ ਮੁਫਤ ਨਾ ਖੋਰੇ ਬਣਾਓ, ਰੁਜ਼ਗਾਰ ਦੇ ਦਿਓ, ਅਸੀਂ ਨਾ ਤੋਂ ਆਟਾ ਮੰਗੀਏ, ਨਾ ਤੋਂ ਦਾਲ ਮੰਗੀਏ, ਨਾ ਤੋਂ ਤੇਲ ਮੰਗੀਏ, ਨਾ ਤੋਂ ਕੁਝ ਹੋਰ ਮੰਗੀਏ, ਸਾਨੂੰ ਤੁਸੀਂ ਰੁਜ਼ਗਾਰ ਦੇ ਮੌਕੇ ਮੁਹੱਈਆ ਕਰੋ। ਬੱਚਿਆਂ ਕੋਲੇ ਰੁਜ਼ਗਾਰ ਹੋਵੇਗਾ, ਉਹ ਸਾਰੀਆਂ ਚੀਜ਼ਾਂ ਆਪ ਖਰੀਦ ਲੈਣਗੇ, ਜਿਹਦੀ ਬਦੌਲਤ ਤੁਹਾਡੇ ਸਰਕਾਰੀ ਖਜ਼ਾਨੇ ਦੇ ਵਿੱਚ ਕੋਈ ਟੈਕਸ ਰੂਪੀ 4 ਪੈਸੇ ਵੀ ਆਉਣਗੇ। ਜੀ ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।